morning everyone. Welcome to ਪੰਜਾਬੀ ਕਲਾਸ। ਬੇਟਾ ਜੀ ਅਸੀਂ ਪਹਿਲਾਂ ਸੈਕਿੰਡ ਵੀਡੀਓ ਵਿੱਚ ਪੇਜ ਨੰਬਰ 88 ਅਤੇ 89 ਦੀ ਰੀਡਿੰਗ ਕਰ ਚੁੱਕੇ ਹਾਂ, ਜਿਸ ਵਿੱਚ ਅਸੀਂ ਪੜ੍ਹਿਆ ਸੀ ਕਿ ਭਗਵਾਨ ਸ਼ਿਵ ਜੀ ਲੱਕੜਹਾਰੇ ਨੂੰ ਕਹਿੰਦੇ ਹਨ ਕਿ ਤੂੰ ਕੀ ਚਾਹੁੰਦਾ ਹੈ। ਤਾਂ ਲੱਕੜਹਾਰੇ ਨੇ हथ जोड़ के बेनती की कि महाराज मैं सारी जिंदगी सख्त मेहनत की है, हुण इस बुढ़े ते कमज़ोर शरीर नूं आराम देना चाहुंदा हां। अगों भगवान शिव जी ने कहा कि मेहनत तां तू बहुत की है, मैं तेरे काम तो खुश भी हाँ, ते मैं तेनू वरदान दिंदा हाँ कि अज दिन भर विच जो भी 3 वार मंगेगा वह तेरे पूरे होणगे। ਲੱਕੜਹਾਰਾ ਦੌੜਦਾ ਦੌੜਦਾ ਘਰ ਪਹੁੰਚਿਆ ਤੇ ਆਪਣੀ ਪਤਨੀ ਨੂੰ ਕਿਹਾ ਕਿ ਸਰਲਾ ਕੰਮ ਬੰਦ ਕਰ ਦੇ, ਹੁਣ ਅਸੀਂ ਗਰੀਬ ਨਹੀਂ ਰਹਾਂਗੇ। ਅੱਜ ਮੈਨੂੰ ਆਪ ਭਗਵਾਨ ਸ਼ਿਵ ਜੀ ਨੇ ਦਰਸ਼ਨ ਦਿੱਤੇ ਹਨ ਤੇ ਵਰਦਾਨ ਦਿੱਤਾ ਹੈ ਕਿ ਜੋ ਵੀ 3 ਵਾਰ ਮੰਗੇਗਾ ਉਹ ਸਾਨੂੰ ਮਿਲ ਜਾਣਗੇ। ਤਾਂ ਸਰਲਾ ਨੇ ਕਿਹਾ ਕਿ ਮੇਰੀ ਮੰਨੋ 2 ਬੱਚੇ ਮੰਗ ਲਓ, ਇੱਕ लड़का ते एक लड़की। ਲੱਕੜਹਾਰਾ गुस्से विच बोलिया ते कहा कि 2 बच्चे लैके असीं की करांगे, उन्हां नूं पालन पोषण लई ते सानूं इस बुढ़ापे विच होर मेहनत करनी पड़ेगी। मेरे ख्याल विच सानूं बहुत सारा धन मंगना चाहिदा है। तां पत्नी ने कहा कि ठीक है, तां 2 बच्चे ते धन मंग लैंदे हां। ਲੱਕੜਹਾਰੇ ਨੇ ਫਿਰ ਉਸ ਦੀ ਗੱਲ ਨੂੰ ਨਕਾਰਦਿਆਂ ਕਿਹਾ ਕਿ ਇਹ ਠੀਕ ਨਹੀਂ, ਮੇਰੇ ਖਿਆਲ ਵਿੱਚ ਸਾਨੂੰ ਇੱਕ ਖੂਬਸੂਰਤ ਮਕਾਨ ਮੰਗ ਲੈਣਾ ਚਾਹੀਦਾ ਹੈ। ਤਾਂ ਪਤਨੀ ਨੇ ਕਿਹਾ ਕਿ ਚਲੋ ਬਹੁਤ ਠੀਕ, ਇੱਕ ਘਰ ਤੇ 2 ਬੱਚੇ ਮੰਗ ਲਓ। ਤੇ ਅੱਗੋਂ ਲੱਕੜਹਾਰਾ ਖਿੱਚਦਾ ਹੋਇਆ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਤੂੰ ਮੂਰਖ ਹੈ, तू चाहती है कि सारा दिन ही इस तरह मैं लकड़ियां ही वढ़दा रहा। ओके बेटा, सो अज असी पेज नंबर 89 एंड 90 की रीडिंग कंटिन्यू करांगे। रीडिंग शुरू करन तो पहला तुसी औखे शब्दां दे अर्थ लिखोगे। सब तो पहला ओपन पेज नंबर 89। यस बेटा, फर्स्ट वर्ड इज क्लेश, झगड़ा। नेक्स्ट तुरंत, उस समय। हैरान होके, अचंभित होके, अथरू, हंजू, टीयर्स। नेक्स्ट अवसर, चांस। नेक्स्ट कड़क के, सख्त ते उच्ची आवाज़ विच। चिंबड़, चिपक। नाउ ऑन पेज नंबर 90। गुस्सा ठंडा हो गया, फ्रेज वर्ड गुस्सा शांत हो गया। ओके बेटा। नेक्स्ट बेनती कीती, अर्जोई कीती, टू रिक्वेस्ट। अलोप, गायब, हिडन। गरीब, कंगाल, पुअर, इच्छा, तमन्ना, विश। ओके बेटा, हुण असी पेज नंबर 89 की रीडिंग स्टार्ट करांगे। मूर्ख होवोगे तुसी, पत्नी यह कह के रोन लग पई। ओहो, ਲੱਕੜਹਾਰੇ ने मत्थे ते हथ मारदिया कहा, कैसी मूर्ख नाल वाह पिया है। इधर भुख नाल मेरी जान निकल रही है, उधर इसने कलेश पा दिता है। भगवान किन्ना चंगा होवे जे इस वेले मैनू एक गरम गरम समोसा खाण नू मिल जावे। ओके बेटा, इस पैरे विच असी पढ़िया कि ਲੱਕੜਹਾਰੇ ਦੀ पत्नी उसनू कहती है कि मूर्ख तुसी होवोगे। यह कह के वो उच्ची उच्ची रोन लग पई। अगों ਲੱਕੜਹਾਰਾ ओहो मत्थे ते हथ मारदिया कहता है कि कैसी मूर्ख नाल वाह पिया है। इधर मेरी भुख नाल जान निकल रही है, उधर इसने
ਝਗੜਾ ਪਾ ਦਿੱਤਾ ਹੈ। हे ਭਗਵਾਨ, ਕਿੰਨਾ ਚੰਗਾ ਹੋਵੇ ਜੇ ਇਸ ਵੇਲੇ ਮੈਨੂੰ ਇੱਕ ਗਰਮ ਗਰਮ ਸਮੋਸਾ ਖਾਣ ਨੂੰ ਮਿਲ ਜਾਵੇ। ਨੈਕਸਟ ਦੇਖੋਗੇ, ਤੁਰੰਤ ਉਸ ਦੇ ਸਾਹਮਣੇ ਇੱਕ ਸਮੋਸਾ ਆ ਗਿਆ। ਲੱਕੜਹਾਰਾ ਤੇ ਉਸ ਦੀ ਪਤਨੀ ਹੈਰਾਨ ਹੋ ਕੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਪਏ। ਇਹ ਤੁਸੀਂ ਕੀ ਕਰ ਦਿੱਤਾ? ਪਤਨੀ ਨੇ ਆਪਣੇ ਅਥਰੂ ਪੂੰਝਦੇ ਹੋਏ ਕਿਹਾ, ਇਹ ਸਮੋਸੇ ਦੀ ਥਾਂ ਅਸੀਂ ਬੱਚੇ, ਘਰ ਜਾਂ ਧਨ ਮੰਗ ਸਕਦੇ ਸਾਂ। ਠਹਿਰ ਸਰਲਾ, ਲੱਕੜਹਾਰੇ ਨੇ ਕਿਹਾ, ਹੁਣ ਮੈਨੂੰ ਚੰਗੀ ਤਰ੍ਹਾਂ ਸੋਚ ਲੈਣ ਦੇ, ਕਿਤੇ ਫੇਰ ਨਾ ਮੈਨੂੰ ਗੁੱਸਾ ਚੜਾਈ, ਕਿਧਰੇ ਦੂਜਾ ਮੌਕਾ ਵੀ ਹੱਥੋਂ ਜਾਂਦਾ ਰਹੇ। ਓਕੇ ਬੇਟਾ, ਇਹਨਾਂ ਪੈਰਿਆਂ ਵਿੱਚ ਅਸੀਂ ਪੜ੍ਹਿਆ ਕਿ ਜਦੋਂ ਲੱਕੜਹਾਰੇ ਨੇ ਕਿਹਾ ਕਿ ਗਰਮ ਗਰਮ ਸਮੋਸਾ ਖਾਣ ਨੂੰ ਮਿਲ ਜਾਵੇ ਤਾਂ ਉਸੇ ਸਾਹਮਣੇ ਸਮੋਸਾ ਆ ਗਿਆ ਤੇ ਲੱਕੜਹਾਰਾ ਤੇ ਉਸਦੀ ਪਤਨੀ ਇੱਕ ਦੂਜੇ ਵੱਲ ਹੈਰਾਨੀ ਨਾਲ ਦੇਖਣ ਲੱਗ ਪਏ ਤੇ ਉਸਦੀ ਪਤਨੀ ਨੇ ਕਿਹਾ, ਇਹ ਕੀ ਕਰ ਦਿੱਤਾ? ਇਸ ਸਮੋਸੇ ਦੀ ਥਾਂ ਅਸੀਂ ਬੱਚੇ, ਘਰ ਜਾਂ ਧਨ ਵੀ ਮੰਗ ਸਕਦੇ ਸੀ। ਲੱਕੜਹਾਰੇ ਨੇ ਕਿਹਾ, ਠਹਿਰ ਸਰਲਾ, ਮੈਨੂੰ ਹੁਣ ਚੰਗੀ ਤਰ੍ਹਾਂ ਸੋਚ ਲੈਣ ਦੇ, ਕਿਤੇ ਫਿਰ ਨਾ ਮੈਨੂੰ ਗੁੱਸਾ ਚੜਾਈ, ਕਿਤੇ ਇਹ ਦੂਜਾ ਮੌਕਾ, ਦੂਜਾ ਅਵਸਰ ਵੀ ਮੇਰੇ ਹੱਥੋਂ ਨਾ ਨਿਕਲ ਜਾਵੇ। ਨੈਕਸਟ, ਗੁੱਸਾ ਮੈਂ ਚੜਾਇਆ ਸੀ? ਪਤਨੀ ਨੇ ਜਵਾਬ ਦਿੱਤਾ, ਤੁਸੀਂ ਆਪ ਹੀ ਬੇਵਕੂਫੀ ਕੀਤੀ ਤੇ ਇੱਕ ਸਮੋਸਾ ਮੰਗ ਲਿਆ। ਮੈਨੂੰ ਬੇਵਕੂਫ ਕਹਿੰਦੀ ਹੈ? ਲੱਕੜਹਾਰਾ ਕੜਕ ਕੇ ਬੋਲਿਆ, ਮੈਂ ਚਾਹੁੰਦਾ ਹਾਂ ਕਿ ਇਹ ਸਮੋਸਾ ਤੇਰੇ ਨੱਕ ਨਾਲ ਚਿੰਬੜ ਜਾਵੇ ਤੇ ਸਭ ਨੂੰ ਪਤਾ ਲੱਗ ਜਾਏ ਕਿ ਤੂੰ ਆਪਣੇ ਪਤੀ ਦਾ ਨਿਰਾਦਰ ਕਰਦੀ ਸੀ। ਉਸ ਵੇਲੇ ਸਮੋਸਾ ਉਛਲ ਕੇ ਸਰਲਾ ਦੇ ਨੱਕ ਨਾਲ ਚੰਬੜ ਗਿਆ। ਨੈਕਸਟ ਬੇਟਾ, ਗੁੱਸਾ ਮੈਂ ਚੜਾਇਆ ਸੀ, ਉਸਦੀ ਪਤਨੀ ਨੇ ਕਿਹਾ, ਤੁਸੀਂ ਆਪ ਹੀ ਬੇਵਕੂਫੀ ਕੀਤੀ ਤੇ ਇੱਕ ਸਮੋਸਾ ਮੰਗ ਲਿਆ। ਅੱਗੋਂ ਲੱਕੜਹਾਰਾ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਮੈਨੂੰ ਬੇਵਕੂਫ ਕਹਿੰਦੀ ਹੈ? ਮੈਂ ਚਾਹੁੰਦਾ ਹਾਂ ਕਿ ਇਹ ਸਮੋਸਾ ਤੇਰੇ ਨੱਕ ਨਾਲ ਚੰਬੜ ਜਾਵੇ ਤੇ ਸਭ ਨੂੰ ਪਤਾ ਲੱਗੇ ਕਿ ਤੂੰ ਆਪਣੇ ਪਤੀ ਦਾ ਨਿਰਾਦਰ ਕਰਦੀ ਸੀ। ਤੇ ਉਸ ਵੇਲੇ ਉਹ ਸਮੋਸਾ ਉਛਲ ਕੇ ਸਰਲਾ ਦੇ ਨੱਕ ਨਾਲ ਚੰਬੜ ਗਿਆ। ਉਸ ਨੇ ਸਮੋਸੇ ਨੂੰ ਬਥੇਰਾ ਖਿੱਚਿਆ ਪਰ ਉਹ ਹਟਿਆ ਨਹੀਂ। ਉਹ ਵਿਚਾਰੀ ਰੋਣ ਲੱਗ ਪਈ ਤੇ ਕਹਿਣ ਲੱਗੀ, ਵੇਖੋ ਇਹ ਤੁਸੀਂ ਕੀ ਕੀਤਾ? ਹੁਣ ਮੈਂ ਜਿੱਧਰ ਜਾਵਾਂਗੀ ਲੋਕ ਹੱਸਣਗੇ, ਮੈਂ ਹੁਣ ਕਿਸੇ ਨੂੰ ਮੂੰਹ ਨਹੀਂ ਵਿਖਾ ਸਕਾਂਗੀ। ਯੈਸ ਬੇਟਾ, ਜਦੋਂ ਉਸਨੂੰ ਉਸਦੇ ਨੱਕ ਤੇ ਸਮੋਸਾ ਚੰਬੜ ਗਿਆ ਤਾਂ ਲੱਕੜਹਾਰੇ ਨੇ ਉਸਨੂੰ ਖਿੱਚਿਆ ਪਰ ਉਹ ਨਹੀਂ ਹਟਿਆ ਤੇ ਉਹ ਵਿਚਾਰੀ ਰੋਣ ਲੱਗੀ, ਕੁਰਲਾਉਣ ਲੱਗੀ ਤੇ ਕਹਿਣ ਲੱਗੀ ਕਿ ਵੇਖੋ ਤੁਸੀਂ ਇਹ ਕੀ ਕੀਤਾ? ਹੁਣ ਮੈਂ ਜਿੱਧਰ ਜਾਵਾਂਗੀ ਲੋਕ ਮੇਰੇ ਵੱਲ ਵੇਖ ਕੇ ਹੱਸਣਗੇ, ਮੇਰਾ ਮਜ਼ਾਕ ਉਡਾਉਣਗੇ, ਮੈਂ ਕਿਸੇ ਨੂੰ ਵੀ ਹੁਣ ਮੂੰਹ ਨਹੀਂ ਵਿਖਾ ਸਕਦੀ। ਲੱਕੜਹਾਰੇ ਦਾ ਗੁੱਸਾ ਠੰਡਾ ਹੋ ਗਿਆ ਸੀ। ਹੁਣ ਉਸਦੀ ਸਮਝ ਵਿੱਚ ਆਇਆ ਕਿ ਉਸਨੇ ਕਿੰਨੀ ਵੱਡੀ ਬੇਵਕੂਫੀ ਕੀਤੀ ਹੈ। ਉਸਨੇ ਹੱਥ ਜੋੜ ਕੇ ਬੇਨਤੀ ਕੀਤੀ, ਭਗਵਾਨ ਮੈਨੂੰ ਮਾਫ਼ ਕਰ ਦਿਓ ਤੇ ਮੇਰੀ ਪਤਨੀ ਦੇ ਨੱਕ ਨਾਲੋਂ ਇਹ ਸਮੋਸਾ ਅਲੱਗ ਕਰ ਦਿਓ। ਬਸ ਇਹ ਹੀ ਮੇਰੀ ਤੀਜੀ ਇੱਛਾ ਹੈ। ਯੈਸ ਬੇਟਾ, ਲੱਕੜਹਾਰੇ ਦਾ ਗੁੱਸਾ ਇੰਨੀ ਦੇਰ ਨੂੰ ਠੰਡਾ ਹੋ ਗਿਆ ਸੀ। ਹੁਣ ਉਸ ਦੀ ਸਮਝ ਵਿੱਚ ਆ ਚੁੱਕਾ ਸੀ ਕਿ ਉਸਨੇ ਕਿੰਨੀ ਵੱਡੀ ਬੇਵਕੂਫੀ ਕੀਤੀ ਹੈ। ਉਸਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਹੇ ਭਗਵਾਨ ਮੈਨੂੰ ਮਾਫ਼ ਕਰ ਦਿਓ ਤੇ ਮੇਰੀ ਪਤਨੀ ਦੇ ਨੱਕ ਨਾਲੋਂ ਇਹ ਸਮੋਸਾ ਅਲੱਗ ਕਰ ਦਿਓ। ਬਸ ਇਹ ਹੀ ਮੇਰੀ ਤੀਜੀ ਇੱਛਾ ਹੈ। ਸਮੋਸਾ ਉਸ ਵੇਲੇ ਅਲੋਪ ਹੋ ਗਿਆ ਤੇ ਉਹ ਗਰੀਬ ਦੇ ਗਰੀਬ ਹੀ ਰਹਿ ਗਏ। ਤਾਂ ਸਮੋਸਾ ਉਸੇ ਸਮੇਂ ਗਾਇਬ ਹੋ ਗਿਆ ਤੇ ਉਹ ਗਰੀਬ ਦੇ ਗਰੀਬ ਹੀ ਰਹਿ ਗਏ। ਓਕੇ ਬੇਟਾ, ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਇਨਸਾਨ ਨੂੰ ਹਮੇਸ਼ਾ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ।
ਓਕੇ ਬੇਟਾ, ਇਸ ਦੇ ਨਾਲ ਹੀ ਇਹ ਚੈਪਟਰ ਫਿਨਿਸ਼ ਹੁੰਦਾ ਹੈ। ਤੁਸੀਂ ਇਸ ਚੈਪਟਰ ਦੀ ਰੀਡਿੰਗ ਚੰਗੀ ਤਰ੍ਹਾਂ ਕਰਨੀ ਹੈ ਅਤੇ ਨਾਲ ਔਖੇ ਸ਼ਬਦਾਂ ਦੇ ਅਰਥ ਵੀ ਰਿਵਾਈਜ਼ ਕਰਨੇ ਹਨ। ਮੈਨੂੰ ਆਸ ਹੈ ਕਿ ਤੁਹਾਨੂੰ ਸਮਝ ਆ ਗਈ ਹੋਵੇਗੀ। ਥੈਂਕ ਯੂ ਵੈਰੀ ਮੱਚ।